ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਚਰਚਾ ਵਿੱਚ ਅਸੀਂ ਇੱਕ ਬਹੁਤ ਹੀ ਦਿਲਚਸਪ ਵਿਸ਼ੇ ਨੂੰ ਖੋਲਣ ਜਾ ਰਹੇ ਹਾਂ। ਦੇਖੋ, ਜਦੋਂ ਵੀ ਅਸੀਂ ਕਿਸੇ ਡਾਇਰੈਕਟ ਸੈਲਿੰਗ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਮਾਰਕੀਟ ਵਿੱਚ ਬਹੁਤ ਸਾਰਾ ਰੌਲਾ ਰੱਪਾ ਹੁੰਦਾ ਹੈ ਨਾ। ਪਰ ਅੱਜ ਅਸੀਂ ਸਾਰੀਆਂ ਅਫਵਾਹਾਂ ਅਤੇ ਪ੍ਰਚਾਰ ਨੂੰ ਪਾਸੇ ਰੱਖ ਕੇ ਫੋਰਐਵਰ ਲਿਵਿੰਗ ਪ੍ਰੋਡਕਟਸ ਦੇ ਉਹਨਾਂ 5 ਬੁਨਿਆਦੀ ਤੱਥਾਂ ਜਾਂ ਕਹਿ ਲਓ ਥੰਮਾਂ ਵੱਲ ਦੇਖਾਂਗੇ ਜੋ ਸਾਡੇ ਸਰੋਤਾਂ ਵਿੱਚ ਬਿਆਨ ਕੀਤੇ ਗਏ ਹਨ। ਕਿਉਂਕਿ ਹਵਾਈ ਗੱਲਾਂ ਨਾਲੋਂ ਕਿਸੇ ਵੀ ਕੰਮ ਦੀ ਅਸਲ ਨੀਂਹ ਨੂੰ ਸਮਝਣਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਡੂੰਘਾਈ ਵਿੱਚ ਜਾਈਏ, ਆਓ ਫਟਾਫਟ ਦੇਖੀਏ ਕਿ ਅਸੀਂ ਕਿਹੜੇ 5 ਥੰਮਾਂ ਦੀ ਗੱਲ ਕਰ ਰਹੇ ਹਾਂ। ਇਹ ਨੇ ਕੰਪਨੀ ਦੀ ਵਿਰਾਸਤ, ਪ੍ਰੋਡਕਟ ਦੀ ਕੁਆਲਿਟੀ, ਬਿਜ਼ਨਸ ਪਲਾਨ ਕਿਵੇਂ ਕੰਮ ਕਰਦਾ ਹੈ, ਅਸਲ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਅਤੇ ਤੁਹਾਨੂੰ ਸਪੋਰਟ ਕੀ ਮਿਲਦੀ ਹੈ। ਜੇ ਕੋਈ ਵੀ 2025 ਵਿੱਚ ਇਸ ਖੇਤਰ ਵਿੱਚ ਕਦਮ ਰੱਖਣ ਬਾਰੇ ਸੋਚ ਰਿਹਾ ਹੈ ਤਾਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਹ 5 ਚੀਜ਼ਾਂ ਸਮਝਣੀਆਂ ਬਿਲਕੁਲ ਲਾਜ਼ਮੀ ਹਨ। ਤਾਂ ਚਲੋ ਬਿਨਾਂ ਦੇਰੀ ਕੀਤੇ ਪਹਿਲੇ ਪਿਲਰ ਤੋਂ ਸ਼ੁਰੂਆਤ ਕਰਦੇ ਹਾਂ, ਜੋ ਕਿ ਹੈ ਕੰਪਨੀ ਦੀ ਵਿਰਾਸਤ, ਯਾਨੀ ਕੰਪਨੀ ਦਾ ਇਤਿਹਾਸ। ਹੁਣ ਤੁਸੀਂ ਆਪ ਸੋਚੋ, ਜਦੋਂ ਵੀ ਤੁਸੀਂ ਕਿਤੇ ਆਪਣਾ ਕੀਮਤੀ ਸਮਾਂ ਜਾਂ ਪੈਸਾ ਲਗਾਉਣ ਬਾਰੇ ਸੋਚਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਦੇਖਦੇ ਹੋ? ਬਿਲਕੁਲ, ਕੰਪਨੀ ਦੀ ਬੁਨਿਆਦ। ਅਤੇ ਇੱਥੇ ਇੱਕ ਬਹੁਤ ਹੀ ਖਾਸ ਸਾਲ ਸਾਹਮਣੇ ਆਉਂਦਾ ਹੈ, 1978। ਸਾਡੇ ਸਰੋਤ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਅਮਰੀਕਾ ਵਿੱਚ ਰੈਕਸ ਮੌਰਗਨ ਨੇ ਕੀਤੀ ਸੀ। ਜੇ ਮੋਟਾ-ਮੋਟਾ ਹਿਸਾਬ ਲਾਈਏ ਤਾਂ ਇਸ ਦਾ ਮਤਲਬ ਹੈ ਕਿ ਕੰਪਨੀ ਪਿਛਲੇ 47 ਸਾਲਾਂ ਤੋਂ ਮਾਰਕੀਟ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤ ਰਹੀ ਹੈ। ਅਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ? ਇਹ ਬਿਲਕੁਲ ਕਰਜ਼ਾ ਮੁਕਤ ਯਾਨੀ ਡੈਟ ਫ੍ਰੀ ਸੰਸਥਾ ਹੈ। ਲੰਬੇ ਸਮੇਂ ਦੀ ਸਥਿਰਤਾ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ। ਅਤੇ ਗੱਲ ਸਿਰਫ ਅਮਰੀਕਾ ਤੱਕ ਹੀ ਸੀਮਿਤ ਨਹੀਂ ਹੈ। ਇਹ ਕੰਪਨੀ ਅੱਜ 180 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰ ਰਹੀ ਹੈ। ਜ਼ਰਾ ਸੋਚੋ, 180 ਦੇਸ਼। ਭਾਰਤ ਦੀ ਹੀ ਗੱਲ ਕਰੀਏ ਤਾਂ ਇੱਥੇ ਵੀ ਸਾਲ 2000 ਤੋਂ ਇਹਨਾਂ ਦਾ ਬਹੁਤ ਵੱਡਾ ਬੇਸ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੈ। ਇਹ ਵਿਸ਼ਾਲ ਅੰਕੜਾ ਸਿੱਧਾ ਇਹ ਸਾਬਿਤ ਕਰਦਾ ਹੈ ਕਿ ਕੰਪਨੀ ਦਾ ਆਧਾਰ ਕਿੰਨਾ ਵਿਸ਼ਾਲ ਅਤੇ ਭਰੋਸੇਮੰਦ ਹੈ। ਆਓ ਹੁਣ ਦੂਜੇ ਪਿਲਰ ਵੱਲ ਵਧੀਏ। ਇਹ ਹੈ ਗੁਣਵੱਤਾ ਯਾਨੀ ਕੁਆਲਿਟੀ ਅਤੇ ਪ੍ਰੋਡਕਟ ਕੰਟਰੋਲ। ਦੇਖੋ, ਕੋਈ ਵੀ ਕਾਰੋਬਾਰ ਤਾਂ ਹੀ ਲੰਬੀ ਰੇਸ ਦਾ ਘੋੜਾ ਸਾਬਤ ਹੁੰਦਾ ਹੈ ਜੇ ਉਸ ਦਾ ਅਸਲੀ ਪ੍ਰੋਡਕਟ ਦਮਦਾਰ ਹੋਵੇ। ਇੱਥੇ ਸਾਰੀ ਖੇਡ ਐਲੋਵੇਰਾ ਤੇ ਆਧਾਰਿਤ ਸਿਹਤ ਅਤੇ ਸਕਿਨ ਕੇਅਰ ਪ੍ਰੋਡਕਟਸ ਦੀ ਹੈ। ਪਰ ਇੱਥੇ ਜੋ ਸਭ ਤੋਂ ਕਮਾਲ ਦੀ ਗੱਲ ਸਰੋਤਾਂ ਵਿੱਚ ਮਿਲਦੀ ਹੈ, ਉਹ ਹੈ 100% ਕੁਆਲਿਟੀ ਕੰਟਰੋਲ। ਇਸ ਨੂੰ ਬਿਜ਼ਨਸ ਦੀ ਭਾਸ਼ਾ ਵਿੱਚ ਵਰਟੀਕਲ ਇੰਟੀਗ੍ਰੇਸ਼ਨ ਕਹਿੰਦੇ ਹਨ। ਮਤਲਬ ਕਿ ਟੈਕਸਸ ਅਤੇ ਡੋਮਿਨਿਕਨ ਰਿਪਬਲਿਕ ਵਿੱਚ ਖੁਦ ਐਲੋਵੇਰਾ ਉਗਾਉਣ ਤੋਂ ਲੈ ਕੇ ਉਸ ਦੀ ਪੈਕੇਜਿੰਗ ਤੱਕ ਸਾਰਾ ਕੰਟਰੋਲ ਕੰਪਨੀ ਦੇ ਆਪਣੇ ਹੱਥ ਵਿੱਚ ਹੈ। ਬਾਹਰਲੀਆਂ ਕੰਪਨੀਆਂ ਤੇ ਕੋਈ ਨਿਰਭਰਤਾ ਨਾ ਹੋਣ ਕਾਰਨ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਹੁੰਦਾ। ਅਤੇ ਇਹ ਗੱਲ ਸਿਰਫ ਹਵਾ ਵਿੱਚ ਨਹੀਂ ਕਹੀ ਜਾ ਰਹੀ। ਇਨ੍ਹਾਂ ਪ੍ਰੋਡਕਟਸ ਕੋਲ ਹਲਾਲ, ਕੋਸ਼ਰ, GMP ਅਤੇ ਇਥੋਂ ਤੱਕ ਕਿ ਇੰਟਰਨੈਸ਼ਨਲ ਐਲੋ ਸਾਇੰਸ ਕਾਉਂਸਲ ਯਾਨੀ IASC ਵਰਗੇ ਵੱਡੇ ਗਲੋਬਲ ਸਰਟੀਫਿਕੇਟ ਮੌਜੂਦ ਹਨ। ਡਾਇਰੈਕਟ ਸੈਲਿੰਗ ਦੇ ਕੰਮ ਵਿੱਚ ਜੇ ਤੁਹਾਨੂੰ ਖੁਦ ਆਪਣੇ ਪ੍ਰੋਡਕਟ ਤੇ ਭਰੋਸਾ ਨਹੀਂ ਹੈ ਤਾਂ ਤੁਸੀਂ ਅੱਗੇ ਨਹੀਂ ਵਧ ਸਕਦੇ। ਇਹ ਸਖਤ ਅੰਤਰਰਾਸ਼ਟਰੀ ਸਰਟੀਫਿਕੇਟ ਉਸੇ ਭਰੋਸੇ ਨੂੰ ਬਣਾਉਣ ਲਈ ਇੱਕ ਬਹੁਤ ਹੀ ਠੋਸ ਆਧਾਰ ਦਿੰਦੇ ਹਨ। ਠੀਕ ਹੈ, ਹੁਣ ਅਸੀਂ ਚਰਚਾ ਦੇ ਉਸ ਪਿਲਰ ਤੇ ਆਉਂਦੇ ਹਾਂ ਜਿਸ ਦਾ ਸ਼ਾਇਦ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਤੀਜਾ ਪਿਲਰ, ਬਿਜ਼ਨਸ ਪਲਾਨ ਕੰਮ ਕਿਵੇਂ ਕਰਦਾ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਪੈਸੇ ਅਤੇ ਪਲਾਨ ਦੀ ਗੱਲ ਕਰੀਏ, ਆਓ ਇੱਕ ਬਹੁਤ ਵੱਡਾ ਭੁਲੇਖਾ ਦੂਰ ਕਰੀਏ। ਆਮ ਤੌਰ ਤੇ ਡਾਇਰੈਕਟ ਸੈਲਿੰਗ ਅਤੇ ਪਿਰਾਮਿਡ ਸਕੀਮ ਨੂੰ ਇੱਕੋ ਜਿਹਾ ਸਮਝ ਲਿਆ ਜਾਂਦਾ ਹੈ, ਪਰ ਇਹਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸਾਡੇ ਸਰੋਤ ਬਹੁਤ ਹੀ ਸਪਸ਼ਟ ਕਰਦੇ ਹਨ ਕਿ ਡਾਇਰੈਕਟ ਸੈਲਿੰਗ ਇੱਕ ਬਿਲਕੁਲ ਕਾਨੂੰਨੀ ਅਤੇ ਪਾਰਦਰਸ਼ੀ ਤਰੀਕਾ ਹੈ, ਜਿੱਥੇ ਆਮਦਨ ਅਸਲ ਪ੍ਰੋਡਕਟਸ ਦੀ ਵਿਕਰੀ ਤੇ ਨਿਰਭਰ ਕਰਦੀ ਹੈ। ਦੂਜੇ ਪਾਸੇ ਪਿਰਾਮਿਡ ਸਕੀਮਾਂ ਪੂਰੀ ਤਰ੍ਹਾਂ ਗੈਰ ਕਾਨੂੰਨੀ ਢਾਂਚੇ ਹੁੰਦੇ ਹਨ, ਜਿਨ੍ਹਾਂ ਵਿੱਚ ਪ੍ਰੋਡਕਟ ਦੇ ਨਾਂ ਤੇ ਕੁਝ ਨਹੀਂ ਹੁੰਦਾ, ਬਸ ਨਵੇਂ ਲੋਕਾਂ ਨੂੰ ਜੋੜਨ ਤੇ ਜ਼ੋਰ ਹੁੰਦਾ ਹੈ। ਇਹ ਫਰਕ ਦਿਮਾਗ ਵਿੱਚ ਰੱਖਣਾ ਸਭ ਤੋਂ ਅਹਿਮ ਬਿੰਦੂ ਹੈ। ਹੁਣ ਜੇ ਇਸ ਬਿਜ਼ਨਸ ਨੂੰ ਸਮਝਣਾ ਹੈ ਤਾਂ ਤੁਹਾਨੂੰ ਇੱਕ ਸ਼ਬਦ ਵਾਰ-ਵਾਰ ਸੁਣਨ ਨੂੰ ਮਿਲੇਗਾ, CC ਯਾਨੀ ਕਿ ਕੇਸ ਕ੍ਰੈਡਿਟ। ਇਹ ਅਸਲ ਵਿੱਚ ਕੀ ਬਲਾ ਹੈ? ਬਸ ਇੰਜ ਸਮਝ ਲਓ ਕਿ ਇਹ ਕੰਪਨੀ ਦੀ ਆਪਣੀ ਇੱਕ ਅੰਦਰੂਨੀ ਗਲੋਬਲ ਕਰੰਸੀ ਜਾਂ ਪੁਆਇੰਟ ਸਿਸਟਮ ਹੈ। ਕਿਉਂਕਿ ਕੰਪਨੀ 180 ਦੇਸ਼ਾਂ ਵਿੱਚ ਹੈ ਅਤੇ ਹਰ ਦੇਸ਼ ਦਾ ਪੈਸਾ ਵੱਖਰਾ ਹੈ, ਇਸ ਲਈ ਸੇਲਜ਼ ਨੂੰ ਮਾਪਣ ਅਤੇ ਕਾਰੋਬਾਰੀ ਲੈਵਲ ਤੈਅ ਕਰਨ ਲਈ ਕੰਪਨੀ ਨੇ ਸਭ ਲਈ ਇੱਕੋ ਜਿਹਾ ਮਾਪਦੰਡ ਬਣਾਇਆ ਹੈ। ਤਾਂ ਇਹਨਾਂ CC ਪੁਆਇੰਟਸ ਨਾਲ ਹੁੰਦਾ ਕੀ ਹੈ? ਬਹੁਤ ਹੀ ਸਿੱਧਾ ਜਿਹਾ ਹਿਸਾਬ ਹੈ। ਜਿਵੇਂ-ਜਿਵੇਂ ਤੁਹਾਡੇ CC ਵੱਧਦੇ ਹਨ, ਕਾਰੋਬਾਰ ਵਿੱਚ ਤੁਹਾਡਾ ਲੈਵਲ ਵੱਧਦਾ ਜਾਂਦਾ ਹੈ। ਸਰੋਤਾਂ ਮੁਤਾਬਿਕ ਸਫ਼ਰ ਸ਼ੁਰੂ ਹੁੰਦਾ ਹੈ ਅਸਿਸਟੈਂਟ ਸੁਪਰਵਾਈਜ਼ਰ ਤੋਂ, ਉਸ ਤੋਂ ਬਾਅਦ ਤੁਸੀਂ बढ़ਦੇ ਹੋ ਸੁਪਰਵਾਈਜ਼ਰ, ਫਿਰ ਅਸਿਸਟੈਂਟ ਮੈਨੇਜਰ ਅਤੇ ਫਿਰ ਸਭ ਤੋਂ ਵੱਡਾ ਮੀਲ ਪੱਥਰ ਆਉਂਦਾ ਹੈ ਮੈਨੇਜਰ ਲੈਵਲ। ਇਹ ਉੱਪਰ ਜਾਣ ਦਾ ਇੱਕ ਬਹੁਤ ਹੀ ਕਲੀਅਰ ਨਕਸ਼ਾ ਹੈ। ਤਾਂ ਆਮਦਨ ਕਿਵੇਂ ਆਉਂਦੀ ਹੈ? ਇਸ ਪਲਾਨ ਵਿੱਚ ਕਈ ਤਰ੍ਹਾਂ ਨਾਲ ਕਮਾਈ ਦੇ ਮੌਕੇ ਦੱਸੇ ਗਏ ਹਨ।
ਰਿਟੇਲ ਪ੍ਰੋਫਿਟ ਅਤੇ ਹੋਲਸੇਲ ਪ੍ਰੋਫਿਟ ਤਾਂ ਮਿਲਦਾ ਹੀ ਹੈ, ਨਾਲ ਹੀ ਟੀਮ ਬੋਨਸ ਵੀ ਹੁੰਦੇ ਹਨ ਅਤੇ ਜੇ ਤੁਸੀਂ ਹੋਰ ਅੱਗੇ ਜਾਂਦੇ ਹੋ ਤਾਂ ਕਾਰ ਇਨਸੈਂਟਿਵ, ਗਲੋਬਲ ਰੈਲੀ ਅਤੇ ਈਗਲ ਮੈਨੇਜਰ ਰੀਟਰੀਟ ਵਰਗੇ ਸ਼ਾਨਦਾਰ ਇਨਾਮ ਵੀ ਇਸ ਢਾਂਚੇ ਦਾ ਹਿੱਸਾ ਹਨ। ਮਤਲਬ ਜਿਵੇਂ-ਜਿਵੇਂ ਮਿਹਨਤ ਵੱਧਦੀ ਹੈ, ਇਨਾਮ ਵੀ ਵੱਡੇ ਹੁੰਦੇ ਜਾਂਦੇ ਹਨ। ਪਰ ਜ਼ਰਾ ਰੁਕੋ, ਇਸ ਤੋਂ ਪਹਿਲਾਂ ਕਿ ਅਸੀਂ ਸੁਪਨਿਆਂ ਦੀ ਦੁਨੀਆ ਵਿੱਚ ਖੁੰਮ ਹੋ ਜਾਈਏ, ਆਓ ਜ਼ਮੀਨੀ ਹਕੀਕਤ ਵੱਲ ਮੁੜੀਏ ਅਤੇ ਚੌਥੇ ਪਿਲਰ ਦੀ ਗੱਲ ਕਰੀਏ, ਨਿਵੇਸ਼ ਅਤੇ ਸਹੀ ਮਾਨਸਿਕਤਾ ਯਾਨੀ ਮਾਈਂਡਸੈਟ। ਇੱਥੇ ਸਾਨੂੰ ਇੱਕ ਬਹੁਤ ਹੀ ਕੌੜੀ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਡਾਇਰੈਕਟ ਸੈਲਿੰਗ ਕੋਈ ਸ਼ਾਰਟਕਟ ਹੈ ਜਾਂ ਰਾਤੋਂ-ਰਾਤ ਅਮੀਰ ਬਣਨ ਦਾ ਕੋਈ ਜਾਦੂ ਹੈ। ਪਰ ਭੁੱਲ ਜਾਓ, ਇਹ ਸਿਰਫ ਇੱਕ ਮਿਥ ਹੈ। ਅਸਲੀਅਤ ਇਹ ਹੈ ਕਿ ਤੁਹਾਨੂੰ ਖੁਦ ਪ੍ਰੋਡਕਟ ਵਰਤਣੇ ਪੈਣਗੇ, ਦੂਜਿਆਂ ਨਾਲ ਸ਼ੇਅਰ ਕਰਨੇ ਪੈਣਗੇ, ਇੱਕ ਟੀਮ ਬਣਾਉਣੀ ਪਵੇਗੀ ਅਤੇ ਰੱਜ ਕੇ ਸਖਤ ਮਿਹਨਤ ਕਰਨੀ ਪਵੇਗੀ। ਬਿਲਕੁਲ ਕਿਸੇ ਵੀ ਰਿਵਾਇਤੀ ਕਾਰੋਬਾਰ ਵਾਂਗ ਇੱਥੇ ਵੀ ਲਗਨ ਦੀ ਮੰਗ ਹੁੰਦੀ ਹੈ। ਫਰਕ ਸਿਰਫ ਇੰਨਾ ਹੈ ਕਿ ਇੱਥੇ ਸ਼ੁਰੂਆਤੀ ਆਰਥਿਕ ਰਿਸਕ ਕਾਫੀ ਘੱਟ ਹੁੰਦਾ ਹੈ। ਇਸ ਦਾ ਇੱਕ ਬਹੁਤ ਹੀ ਪ੍ਰੈਕਟੀਕਲ ਉਦਾਹਰਣ ਸਰੋਤਾਂ ਵਿੱਚ ਸਾਫ਼ ਦੱਸਿਆ ਗਿਆ ਹੈ, ਐਕਟਿਵ ਗਰੋਥ ਬੇਸਲਾਈਨ। ਜੇ ਤੁਸੀਂ ਕਾਰੋਬਾਰ ਵਿੱਚ ਐਕਟਿਵ ਰਹਿਣਾ ਹੈ ਤਾਂ ਹਰ ਮਹੀਨੇ ਘੱਟੋ-ਘੱਟ 2 ਸੀਸੀ ਦਾ ਬਿਜ਼ਨਸ ਕਰਨਾ ਜ਼ਰੂਰੀ ਹੈ। ਇਹ ਸੁਣਨ ਵਿੱਚ ਸ਼ਾਇਦ ਛੋਟਾ ਲੱਗੇ, ਪਰ ਲਗਾਤਾਰ ਹਰ ਮਹੀਨੇ ਇਹ ਕਰਦੇ ਰਹਿਣ ਲਈ ਬਹੁਤ ਸਬਰ ਅਤੇ ਨਿਰੰਤਰਤਾ ਚਾਹੀਦੀ ਹੈ। ਇਸ ਲਗਾਤਾਰ ਮਿਹਨਤ ਤੋਂ ਬਿਨਾਂ ਅਸਲ ਵਿਕਾਸ ਬਾਰੇ ਸੋਚਣਾ ਵੀ ਬੇਮਾਨੀ ਹੈ। ਅਤੇ ਹੁਣ ਅਸੀਂ ਪਹੁੰਚਦੇ ਹਾਂ ਸਾਡੇ ਪੰਜਵੇਂ ਅਤੇ ਆਖਰੀ ਪਿਲਰ ਤੇ, ਟ੍ਰੇਨਿੰਗ ਅਤੇ ਸਪੋਰਟ ਸਿਸਟਮ, ਜੋ ਕਿ ਮੇਰੇ ਹਿਸਾਬ ਨਾਲ ਸਭ ਤੋਂ ਜ਼ਰੂਰੀ ਹੈ। ਦੇਖੋ, ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਥੋੜਾ ਡਰਾਉਣਾ ਤਾਂ ਹੁੰਦਾ ਹੀ ਹੈ, ਪਰ ਸਰੋਤਾਂ ਵਿੱਚ ਇੱਕ ਬਹੁਤ ਹੀ ਮਜ਼ਬੂਤ ਈਕੋਸਿਸਟਮ ਬਾਰੇ ਦੱਸਿਆ ਗਿਆ ਹੈ ਜੋ ਇੱਕ ਸੇਫਟੀ ਨੈਟ ਦਾ ਕੰਮ ਕਰਦਾ ਹੈ। ਇੱਥੇ ਤੁਹਾਨੂੰ ਆਨਲਾਈਨ ਜ਼ੂਮ ਟ੍ਰੇਨਿੰਗਾਂ ਮਿਲਦੀਆਂ ਹਨ, YouTube ਤੇ ਸਿੱਖਣ ਲਈ ਬਹੁਤ ਕੁਝ ਹੈ, ਤੁਹਾਡੇ ਸੀਨੀਅਰਸ ਯਾਨੀ ਅਪਲਾਈਨ ਤੁਹਾਡਾ ਹੱਥ ਫੜ ਕੇ ਚੱਲਦੇ ਹਨ ਅਤੇ ਕੰਪਨੀ ਦੇ ਵੱਡੇ ਇਵੈਂਟਸ ਨੇ ਜਿਨ੍ਹਾਂ ਨੂੰ ਸਕਸੈਸ ਡੇਜ਼ ਕਿਹਾ ਜਾਂਦਾ ਹੈ। ਇਹ ਪੂਰਾ ਢਾਂਚਾ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸਭ ਤੋਂ ਸ਼ਰਮੀਲੇ ਅਤੇ ਬਿਨਾਂ ਤਜਰਬੇ ਵਾਲੇ ਸ਼ੁਰੂਆਤੀ ਲੋਕ ਵੀ ਕਾਮਯਾਬ ਹੋ ਸਕਣ। ਇਸ ਸਾਰੇ ਸਿਸਟਮ ਦਾ ਨਿਚੋੜ ਸਰੋਤਾਂ ਵਿੱਚ ਦਿੱਤੇ ਇੱਕ ਕਮਾਲ ਦੇ ਹਵਾਲੇ ਵਿੱਚ ਮਿਲਦਾ ਹੈ। ਉਹ ਕਹਿੰਦੇ ਹਨ, ਜੇਕਰ ਤੁਸੀਂ ਟ੍ਰੇਨਿੰਗ ਵਿੱਚ ਲਗਾਤਾਰ ਆਉਂਦੇ ਰਹੋਗੇ ਤਾਂ ਤੁਸੀਂ ਕਦੇ ਵੀ ਫੇਲ ਨਹੀਂ ਹੋਵੋਗੇ। ਸੱਚੀ, ਇਹ ਬਹੁਤ ਵੱਡੀ ਗੱਲ ਹੈ। ਇਹ ਬਿਲਕੁਲ ਸਾਫ਼ ਕਰ ਦਿੰਦਾ ਹੈ ਕਿ ਸਿੱਖਣਾ ਅਤੇ ਆਪਣੇ ਆਪ ਨੂੰ ਅਪਡੇਟ ਰੱਖਣਾ ਹੀ ਇਸ ਮੈਦਾਨ ਵਿੱਚ ਟਿਕੇ ਰਹਿਣ ਦੀ ਅਸਲ ਕੁੰਜੀ ਹੈ। ਤਾਂ ਇਸ ਸਾਰੀ ਚਰਚਾ ਤੋਂ ਬਾਅਦ ਅਸੀਂ ਕਿੱਥੇ ਖੜੇ ਹਾਂ? ਅੰਤ ਵਿੱਚ ਇਹ ਸਾਰਾ ਵਿਸ਼ਲੇਸ਼ਣ ਸਾਨੂੰ ਇੱਕ ਬਹੁਤ ਹੀ ਅਹਿਮ ਸਵਾਲ ਤੇ ਲਿਆ ਕੇ ਖੜਾ ਕਰ ਦਿੰਦਾ ਹੈ ਕਿ ਕੀ ਅੱਜ ਦੇ ਤੇਜ਼ਤਰਾਰ ਸਮੇਂ ਵਿੱਚ ਡਾਇਰੈਕਟ ਸੈਲਿੰਗ ਵਿੱਚ ਸੱਚਮੁੱਚ ਸਫਲ ਹੋਣ ਲਈ ਜੋ ਲੰਬੇ ਸਮੇਂ ਦਾ ਸਬਰ ਅਤੇ ਲਗਾਤਾਰ ਮਿਹਨਤ ਚਾਹੀਦੀ ਹੈ, ਉਹ ਮੌਜੂਦ ਹੈ? ਇਨ੍ਹਾਂ 5 ਥੰਮਾਂ ਦੀ ਅਸਲੀਅਤ ਨੂੰ ਸਮਝਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਨਵੇਂ ਬੰਦੇ ਨੂੰ ਕਦਮ ਰੱਖਣ ਤੋਂ ਪਹਿਲਾਂ ਆਪਣੀ ਮਾਨਸਿਕ ਤਿਆਰੀ ਬਾਰੇ ਡੂੰਘਾਈ ਨਾਲ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਅੰਤ ਵਿੱਚ ਗਿਆਨ ਹੀ ਤਾਕਤ ਹੈ ਅਤੇ ਸਹੀ ਜਾਣਕਾਰੀ ਨਾਲ ਹੀ ਹਮੇਸ਼ਾ ਬਿਹਤਰ ਫੈਸਲੇ ਲਏ ਜਾਂਦੇ ਹਨ।